ਕੰਸਟਰਕਸ਼ਨ ਦੇ ਕੰਮ 'ਚ ਗੋਰੇ ਨੇ ਮੈਨੂੰ ਬੜਾ ਇਸਤੇਮਾਲ ਕੀਤਾ। ਦਿਲ ਕਰਦਾ ਸੀ ਕਿ ਇਹਦੇ ਨਾਲ ਲੜ ਪਵਾਂ। ਜਵਾਨ ਕਹਿੰਦਾ ਬੰਦੇ ਤੇ ਵੱਡੇ ਤੋਂ ਵੱਡੀ ਵੀ ਪਰੇਸ਼ਾਨੀ ਆ ਜੇ ਨਾ, ਅਗਰ ਬੰਦਾ ਦੱਸੇ ਬਗੈਰ ਕੰਮ ਤੋਂ ਛੁੱਟੀ ਕਰੇ ਤੇ ਅਗਲੇ ਆਦੇ ਨੇ ਕਿ ਸੁਬਾਹ ਤੂੰ ਕੰਮ ਤੇ ਨਾ ਵੀ, ਸਾਨੂੰ ਤੇਰੀ ਕੋਈ ਨਹੀਂ ਲੋੜ। ਕਹਿੰਦਾ ਇਹਨਾਂ ਨੂੰ ਸਿਰਫ ਚਾਹੀਦਾ ਹੁੰਦਾ ਕੰਮ, ਤੁਹਾਡੀ ਕੋਈ ਫੀਲਿੰਗ ਨਹੀਂ ਸਮਝਦੇ, ਨਾ ਹੀ ਉਹਨਾਂ ਨੂੰ ਹਮਦਰਦੀ ਹੁੰਦੀ ਹੈ। ਜਿਹੜਾ ਬੰਦਾ ਕੰਮ ਸਹੀ ਕਰਦਾ ਆਂਦੇ ਨੇ ਵੈਰੀ ਗੁੱਡ। ਕਹਿੰਦਾ ਮੈਂ ਵੀ ਜਿਸ ਵੇਲੇ ਇੱਥੇ ਆਇਆ ਤੇ ਬੰਦਿਆਂ ਨੂੰ ਢੇਰਾਂ ਨੂੰ ਆਖਿਆ ਕਿ ਯਾਰ ਮੈਨੂੰ ਕੰਮ ਚਾਹੀਦਾ। ਕਹਿੰਦਾ ਜਿਸ ਡੇਰੇ ਤੇ ਮੈਂ ਰਹਿੰਦਾ ਸਾਂ 6-7 ਮੁੰਡੇ ਸੀ, ਸਾਰੇ ਕੰਮਾਂ ਤੇ ਲੱਗੇ ਸੀ। ਕਹਿੰਦਾ ਮੈਂ ਸਾਰਿਆਂ ਦੀ ਆਂਡੀ ਰੋਟੀ ਕਰਦਾ ਸੀ। ਉਹਨਾਂ ਨੂੰ ਮੈਂ ਕਿਹਾ ਯਾਰ ਮੈਨੂੰ ਵੀ ਕੰਮ ਲਓ। ਕਹਿੰਦਾ ਕਿਸੇ ਬੰਦੇ ਨੇ ਇੱਕ ਦਿਹਾੜੀ ਵੀ ਮੈਨੂੰ ਕੰਮ ਤੇ ਨਹੀਂ ਖੜਿਆ। ਕਹਿੰਦਾ ਮੈਨੂੰ ਸਮਝ ਆ ਕਿ ਇਹਨਾਂ ਮੈਨੂੰ ਕੰਮ ਸ਼ਾਮ ਤੇ ਕੋਈ ਨਹੀਂ ਖੜਨਾ, ਹਾਲੀ ਆਂਡੀ ਰੋਟੀ ਤੇ ਮੈਨੂੰ ਰੱਖੀ ਹੈ। ਕਹਿੰਦਾ ਮੈਂ ਇੱਕ ਬੰਦੇ ਕੋਲ ਪੁੱਛਿਆ ਕਿ ਫੈਕਟਰੀਆਂ ਕਿਹੜੀ ਸਾਈਡ ਤੇ ਨੇ, ਉਹਨੇ ਦੱਸਿਆ ਕਿ ਫਲਾਣੀ ਸਾਈਡ ਤੇ। ਕਹਿੰਦਾ ਮੇਰੇ ਕੋਲ ਟਿਕਟ ਦੇ ਵੀ ਪੈਸੇ ਕੋਈ ਨਹੀਂ ਸੀ। ਕਹਿੰਦਾ ਮੈਂ ਘਰੋਂ ਬਿਸਮਿਲ੍ਲਾ ਪੜ੍ਹ ਕੇ ਨਿਕਲਿਆ। ਕਹਿੰਦਾ ਕੋਈ ਐਸੀ ਫੈਕਟਰੀ ਨਹੀਂ ਜਿੱਥੋਂ ਮੈਂ ਜਾ ਕੇ ਕੰਮ ਦਾ ਨਹੀਂ ਪੁੱਛਿਆ। ਕਹਿੰਦਾ ਕੋਈ ਤੇ ਮੇਰੀ ਗੱਲ ਸੁਣ ਲੈਂਦੇ ਸੀ, ਕੋਈ ਬਾਹਰੋਂ ਜਿਹੜਾ ਮੈਨੂੰ ਆਦੇ ਸੀ ਕੰਮ ਕੋਈ ਨਹੀਂ। ਕਹਿੰਦਾ ਜਿਹੜਾ ਗੱਲ ਸੁਣਦਾ ਸੀ ਉਹਨੂੰ ਮੈਂ ਆਦਾ ਕਿ ਪਲੀਜ਼ ਮੈਨੂੰ ਕੰਮ ਦੇ ਦੇ, ਮੈਨੂੰ ਇੱਕ ਵਾਰੀ ਮੌਕਾ ਦੇ, ਮੈਂ ਬਹੁਤ ਅੱਛਾ ਕੰਮ ਕਰਨਾ। ਉਹ ਅੱਗੋਂ ਆਦੇ ਸੀ ਕਿ ਤੂੰ ਆਪਣਾ ਨੰਬਰ ਦੇ ਜਾ ਤੇ ਮੈਂ ਜਿਹੜਾ ਤੇਰੇ ਨਾਲ ਰਾਬਤਾ ਕਰਾਂਗਾ। ਕਹਿੰਦਾ ਸਾਰੀਆਂ ਫੈਕਟਰੀਆਂ ਨੇ ਐਸੇ ਤਰ੍ਹਾਂ ਹੀ ਕੀਤਾ, ਮੈਨੂੰ ਕੰਮ ਤੇ ਕਿਸੇ ਵੀ ਨਾ ਬੁਲਾਇਆ। ਕਹਿੰਦਾ 15 ਦਿਨ ਐਸੇ ਤਰ੍ਹਾਂ ਗੁਜ਼ਰ ਗਏ ਲੇਕਿਨ ਮੈਨੂੰ ਕੰਮ ਕੋ ਨਾ ਲੱਭਾ। ਮੈਂ ਕਹਿੰਦਾ ਮੈਂ ਘਰ ਬੈਠਿਆ ਸਾਂ, ਬੜਾ ਪਰੇਸ਼ਾਨ ਸਾਂ। ਕਹਿੰਦਾ ਇੱਕ ਮੁੰਡਾ ਜਿਹੜਾ ਨਾ ਵਿੱਚੋਂ ਉਹ ਮਿਸਤਰੀਆਂ ਦਾ ਕੰਮ ਕਰਦਾ ਸੀ ਤੇ ਉਹ ਹਮੇਸ਼ਾ ਗੱਲਾਂ ਕਰਦਾ ਕਿ ਸਾਡਾ ਕੰਮ ਇਸ ਤਰ੍ਹਾਂ, ਅਸੀਂ ਇਸ ਤਰ੍ਹਾਂ ਕੰਮ ਕਰਨੇ ਆ। ਕਹਿੰਦਾ ਅਚਾਨਕ ਮੇਰੇ ਦਿਮਾਗ 'ਚ ਆਇਆ ਅੱਗੇ ਤੇ ਮੈਂ ਫੈਕਟਰੀਆਂ ਜਾਂਦਾ ਰਿਹਾ, ਕਿਉਂ ਨਾ ਮੈਂ ਜਿਹੜਾ ਹੁਣ ਮਿਸਤਰੀਆਂ ਦਾ ਜਾ ਕੇ ਕੰਮ ਪੁੱਛਾਂ। ਕਹਿੰਦਾ ਮੈਂ ਸਵੇਰ ਇਹ ਇਰਾਦਾ ਕੀਤਾ ਕਿ ਬਾਹਰ ਨਿਕਲਾਂਗਾ, ਜਾ ਕੇ ਜਿਹੜੀਆਂ ਬਿਲਡਿੰਗਾਂ ਬਣਦੀਆਂ ਰਹੀਆਂ ਉਹਨਾਂ ਕੋਲ ਜਾ ਕੇ ਮੈਂ ਕੰਮ ਦਾ ਪੁੱਛਾਂਗਾ। ਕਹਿੰਦਾ ਮੈਂ ਬਾਹਰ ਨਿਕਲਿਆ, ਕहीं ਤੇ ਮੇਰੀ ਗੱਲ ਕੋਈ ਨਹੀਂ ਸੀ ਸੁਣਦੇ। ਕਹਿੰਦਾ ਇੰਝ ਹੋਇਆ ਇੱਕ ਜਗ੍ਹਾ ਤੇ ਇੱਕ ਮਜ਼ਦੂਰ ਲੱਗੇ ਅਸੀਂ ਬਿਲਡਿੰਗ ਦੇ ਥੱਲੇ। ਕਹਿੰਦਾ ਮੈਂ ਕੋਲ ਉਹਦੇ ਟੁਰ ਗਿਆ, ਮੈਂ ਉਹਨੂੰ ਹੈਲੋ ਬੋਲਿਆ, ਨਾਲ ਮੈਂ ਉਹਨੂੰ ਆਖਿਆ ਕਿ ਮੈਨੂੰ ਕੰਮ ਚਾਹੀਦਾ। ਕਹਿੰਦਾ ਉਹਨੇ ਮੇਰਾ ਤੱਕ ਕੇ ਹੱਸਣ ਲੱਗ ਪਿਆ। ਮੈਨੂੰ ਕਹਿੰਦਾ ਇੱਥੇ 1 ਮਿੰਟ ਖਲੋ। ਕਹਿੰਦਾ ਉਹ ਅੰਦਰ ਟੁਰ ਗਿਆ ਤੇ ਅੰਦਰੋਂ ਇੱਕ ਹੋਰ ਮਿਸਤਰੀ ਆਇਆ। ਮੈਨੂੰ ਕਹਿੰਦਾ ਕਿ ਕੀ ਮਸਲੇ। ਕਹਿੰਦਾ ਮੈਂ ਆਖਿਆ ਇਸ ਤਰ੍ਹਾਂ ਮੈਨੂੰ ਜਿਹੜਾ ਨਾ ਕੰਮ ਚਾਹੀਦਾ। ਕਹਿੰਦਾ ਮੈਨੂੰ ਆਂਦਾ ਆ ਜਾ ਅੰਦਰ। ਕਹਿੰਦਾ ਉੱਥੇ ਬਿਠਾ ਕੇ ਨਾ ਮੈਨੂੰ ਤੇ ਆਪੂ ਵੀ ਹੋਰ 2-3 ਬੈਠੇ ਸੀ ਤੇ ਮੈਨੂੰ ਕਹਿੰਦਾ ਕਿ ਇਹ ਲੈ ਤੂੰ ਡਰਿੰਕ ਪੀ ਲੈ। ਕਹਿੰਦਾ ਮੈਂ ਕਿਹਾ ਮੈਂ ਨਹੀਂ ਡਰਿੰਕ ਪੀਣੀ। ਕਹਿੰਦਾ ਠਹਿਰ ਜਾ ਸਬਰ, ਮੈਂ ਆਪਣੇ ਮਾਲਕ ਨਾਲ ਰਾਬਤਾ ਕਰਨਾ ਤੇ ਫੇਰ ਦੱਸਣਾ ਤੈਨੂੰ। ਕਹਿੰਦਾ ਉਹਨੇ ਉਸੇ ਟਾਈਮ ਮਾਲਕ ਨੂੰ ਕਾਲ ਮਾਰੀ ਤੇ ਉਹਨੇ ਆਖਿਆ ਠੀਕ ਹੈ ਇਹਨੂੰ ਮੇਰੇ ਦਫ਼ਤਰ ਟੋਰ ਦੇ। ਕਹਿੰਦਾ ਮੈਨੂੰ ਆਖਦਾ ਕਿ ਜਾ ਕੇ ਨਾ ਉੱਥੇ ਦਫ਼ਤਰ ਜਾ ਕੇ ਮਾਲਕ ਨਾਲ ਗੱਲ ਕਰ, ਉਹ ਤੈਨੂੰ ਕੰਮ ਤੇ ਰੱਖ ਲਵੇਗਾ। ਕਹਿੰਦਾ ਉਹਨੇ ਐਡਰੈਸ ਵਗੈਰਾ ਮੈਨੂੰ ਲਿਖ ਕੇ ਦਿੱਤਾ। ਕਹਿੰਦਾ ਮੈਂ ਬੜਾ ਖੁਸ਼ ਸਾਂ। ਕਹਿੰਦਾ ਉਹਨੇ ਸੁਬਾਹ ਦਾ ਟਾਈਮ ਦਿੱਤੇ ਸੀ। ਕਹਿੰਦਾ ਮੈਂ ਇਸ ਵੇਲੇ ਘਰ ਆਇਆ ਤੇ ਮੈਂ ਬੜਾ ਖੁਸ਼ ਹੈ। ਦੂਜੇ ਮੁੰਡੇ ਪੁੱਛਦੇ ਸੁਣਾ ਕੰਮ ਲੱਭਈ। ਕਹਿੰਦਾ ਬਸ ਦੁਆ ਕਰੋ ਕੰਮ ਸਮਝੋ ਕਿ ਲੱਭ ਹੀ ਗਿਆ। ਉਹ ਕਹਿੰਦੇ ਦੱਸ ਕਿੱਥੇ ਲੱਭਈ। ਉਹ ਕਹਿੰਦਾ ਜਿਸੇ ਲੱਭੇਗਾ ਤੇ ਫਿਰ ਮੈਂ ਤੁਹਾਨੂੰ ਦੱਸਾਂਗਾ, ਫਿਲਹਾਲ ਤੇ ਮੈਂ ਇਹ ਜਾ ਕੇ ਸੁਬਾਹ ਮਿਲਣਾ ਹੈ। ਕਹਿੰਦਾ ਇੱਕ ਮੁੰਡਾ ਆਂਦਾ ਮੈਂ ਤੇਰੇ ਨਾਲ ਲਗਾ ਜਾਵਾਂਗਾ। ਕਹਿੰਦਾ ਨਹੀਂ ਕਿਸੇ ਨੂੰ ਜਾਣ ਦੀ ਲੋੜ ਕੋਈ ਨਹੀਂ, ਮੈਂ ਆਪੂ ਇਕੱਲਾ ਜਾਵਾਂਗਾ। ਕਹਿੰਦਾ ਮੈਂ ਜਿਸ ਵੇਲੇ ਫਿਰ ਸੁਬਾਹ ਹੋਈ, ਕਹਿੰਦਾ ਤਿਆਰ ਸ਼ਿਆਰ ਹੋ ਕੇ ਮੈਂ ਉੱਥੇ ਦਫ਼ਤਰ ਗਿਆ। ਕਹਿੰਦਾ ਜਿਸ ਵੇਲੇ ਮੈਂ ਉੱਥੇ ਦਫ਼ਤਰ ਗਿਆ, ਜਾ ਕੇ ਉੱਤੇ ਮਾਲਕ ਨੂੰ ਮਿਲਿਆ। ਕਹਿੰਦਾ ਮੈਨੂੰ ਤੇ ਜ਼ਬਾਨ ਕੋਈ ਨਹੀਂ ਸੀ ਆਉਂਦੀ, ਅੱਗੂ ਟੁੱਟੀ ਭੰਜੀ ਇੰਗਲਿਸ਼ ਆਉਂਦੀ ਸੀ। ਕਹਿੰਦਾ ਉਹ ਮੇਰੇ ਨਾਲ ਗੱਲਬਾਤ ਕਰਕੇ ਨਾ ਤੇ ਕੋਈ ਐਡਾ ਮੁਤਮਿਨ ਕੋਨ ਆਇਆ। ਮੈਂ ਉਹਨੂੰ ਆਖਿਆ ਕਿ ਪਲੀਜ਼ ਮੈਨੂੰ ਤੂੰ ਕੰਮ ਦੇ, ਇੱਕ ਵਾਰੀ ਮੇਰਾ ਕੰਮ ਤੱਕ ਤੇ ਫਿਰ ਤੂੰ ਆਪੇ ਜਿਹੜਾ ਨਾ ਇਨਕਾਰ ਕਰਦੀ ਜੇ ਤੈਨੂੰ ਨਾ ਮੈਂ ਪਸੰਦ ਆਇਆ। ਕਹਿੰਦਾ ਉਹਨੇ ਆਖਿਆ ਠੀਕ ਹੈ ਤੂੰ ਆਪਣਾ ਨੰਬਰ ਦੇ ਜਾ, ਆਪੇ ਮੈਂ ਤੇਰੇ ਨਾਲ ਰਾਬਤਾ ਕਰ ਲਾਂਗਾ। ਕਹਿੰਦਾ ਉੱਥੋਂ ਹੀ ਮਾਯੂਸ ਹੋ ਕੇ ਮੈਂ ਨਿਕਲ ਆਇਆ। ਕਹਿੰਦਾ 4-5 ਦਿਨ ਐਸੇ ਤਰ੍ਹਾਂ ਗੁਜ਼ਰ ਗਏ, ਮੈਨੂੰ ਪਹਿਲਾਂ ਹੀ ਪਤਾ ਸੀ ਕਿ ਕੋਈ ਬਿਲਡਿੰਗ ਵਾਲਾ ਮੈਨੂੰ ਲਿਫਟ ਨਹੀਂ ਸੀ ਕਰਾ ਰਿਹਾ। ਕਹਿੰਦਾ ਫਿਰ ਮੇਰੇ ਦਿਮਾਗ 'ਚ ਇਹੀ ਗੱਲ ਆਈ, ਜਿੱਥੇ ਮੈਂ ਅੱਗੇ ਕੰਮ ਦਾ ਪੁੱਛਣ ਗਿਆ ਸਾਂ, ਜਿਸ ਦਫ਼ਤਰ ਗਿਆ ਸਾਂ, ਕਹਿੰਦਾ ਮੈਂ ਇੰਝ ਕਰਨਾ ਉਸੇ ਮਿਸਤਰੀ ਕੋਲ ਜਾ ਕੇ ਉਹਦੇ ਨਾਲ ਗੱਲ ਕਰਨਾ। ਕਹਿੰਦਾ ਮੈਂ ਇੰਝ ਹੀ ਹੋਇਆ, ਫਿਰ ਮੈਂ ਉੱਥੇ ਟੁਰ ਗਿਆ। ਕਹਿੰਦਾ ਉਹ ਜਿਸ ਵੇਲੇ ਉਹਨੇ ਤੱਕਿਆ ਨਾ ਮੈਨੂੰ ਕਹਿੰਦਾ ਆ ਜਾ ਉੱਤੇ। ਕਹਿੰਦਾ ਉਹ ਮਿਸਤਰੀ ਕੋਲ ਲੈ ਗਿਆ, ਮੈਂ ਉਹਨੂੰ ਜਾ ਕੇ ਦੱਸਿਆ ਕਿ ਮੈਂ ਉੱਥੇ ਗਿਆ ਸਾਂ। ਉਹਨੇ ਮੈਨੂੰ ਕੋਈ ਨਹੀਂ ਵਰਕ ਸ਼ਰਕ ਦਿੱਤਾ। ਉਹਨੇ ਆਖਿਆ ਤੂੰ ਫਿਕਰ ਨਾ ਕਰ। ਕਹਿੰਦਾ ਉਸੇ ਟਾਈਮ ਉਹਨੇ ਕਾਲ ਮਾਰੀ, ਉਹਨੇ ਆਖਿਆ ਕਿ ਤੂੰ ਜਿਹੜਾ ਨਾ ਇਹਨੂੰ ਕੰਮ ਤੇ ਰੱਖ, ਮੇਰੇ ਨਾਲ ਇੱਥੇ ਛੱਡ ਤੇ ਆਪੇ ਮੈਂ ਕੰਮ ਤੇ ਚਲਾ ਲਾਂਗਾ। ਕਹਿੰਦਾ ਉਹਨੇ ਗੱਲਬਾਤ ਕਰਕੇ ਉਹਨੇ ਆਖਿਆ ਠੀਕ ਹੈ ਇਹਨੂੰ ਇੰਝ ਕਰਕੇ ਦਫ਼ਤਰ ਟੋਰ, ਉਹਨੂੰ ਆਖੂ ਹੁਣੀ ਤੂੰ ਦਫ਼ਤਰ ਆ ਜਾ। ਕਹਿੰਦਾ ਨਾਲ ਹੀ ਉਹਨੇ ਮੈਨੂੰ ਸਮਝਾਇਆ ਕਿ ਤੂੰ ਜਾ ਦਫ਼ਤਰ, ਉੱਥੇ ਜਾ ਕੇ ਤੂੰ ਜਿਹੜਾ ਨਾ ਆਪਣੇ ਸੈਨਸ਼ਨ ਕਰਿਆ ਕੰਟਰੈਕਟ ਤੇ ਸੁਬਾਹ ਤੋਂ ਤੂੰ ਇੱਥੇ ਮੇਰੇ ਨਾਲ ਕੰਮ ਤੇ ਆਉਣਾ। ਕਹਿੰਦਾ ਮੈਂ ਉਹਦਾ ਸ਼ੁਕਰੀਆ ਅਦਾ ਕੀਤਾ। ਮੈਂ ਕਹਿੰਦਾ ਦੌੜਦਾ ਗਿਆ ਉਹਦੇ ਦਫ਼ਤਰ। ਕਹਿੰਦਾ ਮਾਲਕ ਉੱਥੇ ਬੈਠਿਆ ਸੀ। ਉਹਨੇ ਆਪਣੀ ਸੈਕਟਰੀ ਨੂੰ ਆਖਿਆ ਇਹਦੇ ਕੋਲ ਕਾਗਜ਼ ਲੈ ਕੇ ਤੇ ਇਹਦਾ ਕੰਟਰੈਕਟ ਬਣਾ ਦੇ 15 ਦਿਨ ਦਾ। ਕਹਿੰਦਾ ਮੇਰਾ ਉਹਨੇ 15 ਦਿਨ ਦਾ ਕੰਟਰੈਕਟ ਬਣਾਇਆ। ਕਹਿੰਦਾ ਮੈਂ ਬੜਾ ਖੁਸ਼। ਉਹਨੇ ਵਰਦੀ ਸ਼ਰਦੀ ਮੈਨੂੰ ਦਿੱਤੀ, ਬੂਟ ਵੀ ਉਹਨੇ ਮੈਨੂੰ ਦਿੱਤੇ। ਉਹਨੇ ਆਖਿਆ ਠੀਕ ਹੈ ਸੁਬਾਹ ਤੂੰ ਉੱਥੇ ਕੰਮ ਤੇ ਟੁਰ ਜੀ। ਕਹਿੰਦਾ ਮੈਂ ਬੜਾ ਤਿਆਰ ਸ਼ਿਆਰ, ਜਿਸੇ ਮੁੰਡਿਆਂ ਨੇ ਤੱਕਿਆ ਡੇਰੇ ਤੇ ਕਿ ਨੇ ਵਰਦੀ ਸ਼ਰਦੀ ਫੜੀ ਹੈ, ਬੂਟ ਸ਼ੂਟ ਫੜੇ ਨੇ। ਉਹਨੇ ਆਖਿਆ ਕਿੱਧਰ? ਉਹਨੇ ਆਖਿਆ ਅਸਰਾ ਮੈਨੂੰ ਕੰਮ ਲੱਭ ਗਿਆ ਤੇ ਮੈਂ ਉੱਥੇ ਚੱਲਾਂ। ਉਹਨੇ ਆਖਿਆ ਕਿਹੜੀ ਜਗ੍ਹਾ? ਉਹਨੇ ਆਖਿਆ ਤੁਹਾਨੂੰ ਬਾਅਦ 'ਚ ਦੱਸਾਂ। ਕਹਿੰਦਾ ਮੈਂ ਕਿਸੇ ਨੂੰ ਦੱਸਣਾ ਮੁਨਾਸਬ ਨਹੀਂ ਸਮਝਿਆ। ਕਹਿੰਦਾ ਬਾਰਾ ਮੈਂ ਸੁਬਾਹ ਉੱਥੇ ਕੰਮ ਤੇ ਆ ਗਿਆ। ਕਹਿੰਦਾ ਮਿਸਤਰੀ ਉੱਥੇ ਹੀ ਲੱਗਿਆ ਸੀ, ਮੈਨੂੰ ਕਹਿੰਦਾ ਆ ਜਾ। ਕਹਿੰਦਾ 7ਵੀਂ ਮੰਜ਼ਲ ਤੇ ਜਿਹੜਾ ਨਾ
ਉਹ ਇੱਟਾਂ ਚੁੱਕ ਕੇ ਖੜਨੀਆਂ ਸੀ ਥੱਲਿਓਂ। ਕਹਿੰਦਾ ਬਹਰਹਾਲ ਨਾ ਉੱਤੇ ਜਿਸਲੇ ਗਿਆ ਨਾ ਮੈਨੂੰ ਕਹਿੰਦਾ ਕਿ ਇੱਟਾਂ ਤੂੰ ਉੱਤੇ ਲੈ ਕੇ ਆਉਣੀਆਂ ਬਿਲਕੁਲ ਆਸਤਾ ਆਸਤਾ ਲਿਆਉਣੀਆਂ, ਬਿਲਕੁਲ ਤੂੰ ਪਰੇਸ਼ਾਨ ਨਹੀਂ ਹੋਣਾ, ਆਰਾਮ ਸਕੂਨ ਨਾਲ ਤੂੰ ਲੈ ਕੇ ਆ, ਜੇ ਥੱਕ ਗਿਆ ਉਸਲੇ ਬਹਿ ਜੀ ਕਰੀ। ਕਹਿੰਦਾ ਮੈਂ ਕਿਹਾ ਠੀਕ ਹੈ। ਕਹਿੰਦਾ ਪਰ ਮੈਂ 2-4 ਵਾਰੀ ਗਿਆ ਤੇ ਮੇਰੀਆਂ ਤੇ ਲੱਤਾਂ ਹੀ ਨਿਕਲ ਗਈਆਂ ਜੀ ਉੱਤੇ ਚਾੜ ਢਲ ਕੇ, ਥੋੜ੍ਹੀਆਂ ਜਿਹੀਆਂ ਮੈਂ ਇੱਟਾਂ ਲੈ ਕੇ ਗਿਆ। ਮੈਨੂੰ ਆਂਦਾ ਆ ਜਾ ਬਹਿ ਜਾ, ਬੜੀਆਂ ਹੋ ਗਈਆਂ ਨੇ ਅੱਜ ਵਾਸਤੇ। ਕਹਿੰਦਾ ਮੈਂ ਫਿਰ ਉੱਥੇ ਬਹਿ ਗਿਆ। ਕਹਿੰਦਾ ਉਹਨਾਂ ਬਹਿ ਕੇ ਜਿਹੜਾ ਗੱਪਾਂ ਛੱਪਾਂ ਲਾਉਣ ਲੱਗ ਪਿਆ। ਮੈਨੂੰ ਆਂਦਾ ਹੋਰ ਨਹੀਂ ਤੂੰ ਲੈ ਕੇ ਆਉਣੀਆਂ। ਕਹਿੰਦਾ ਮੈਂ ਉੱਥੇ ਬੈਠਾ ਰਿਹਾ। ਮੈਂ ਕਿਹਾ ਇਹ ਨਾ ਹੋਵੇ ਮਾਲਕ ਕੁਝ ਆਖੇ ਮੈਂ ਫੇਰ ਲਾਉਣਾ। ਕਹਿੰਦੀ ਨਹੀਂ ਕੋਈ ਨਹੀਂ ਟੈਨਸ਼ਨ ਵਾਲੀ ਗੱਲ। ਕਹਿੰਦਾ ਬਹਰਹਾਲ ਨਾ ਮੈਂ ਉਸੇ ਤਰ੍ਹਾਂ ਕੀਤਾ। ਕਹਿੰਦਾ ਸੁਬਾਹ ਜਿਸੇ ਦੂਸਰੇ ਦਿਨ ਮੈਂ ਆਇਆ, ਅੱਗੋਂ ਉਹ ਮਿਸਤਰੀ ਕੋਈ ਨਹੀਂ ਸੀ ਉੱਤੇ ਕੰਮ ਤੇ ਆਇਆ, ਉਹ ਦੂਸਰੀ ਜਗ੍ਹਾ ਤੇ ਟੁਰ ਗਿਆ ਸੀ। ਕਹਿੰਦਾ ਜਿਹੜਾ ਹੋਰ ਮਿਸਤਰੀ ਸੀ ਉਹ ਵੱਡਾ ਹੀ ਹਰਾਮ ਦਾ ਸੀ। ਮੈਨੂੰ ਕਹਿੰਦਾ ਕਿ ਜਾ ਇੱਟਾਂ ਲੈ ਕੇ ਆ। ਕਹਿੰਦਾ ਮੈਂ ਜੂੰ ਇੱਟਾਂ ਲੈ ਕੇ ਆਵਾਂ, ਫਿਰ ਆ ਕੇ ਮਸਾਲਾ ਥੱਲੋਂ ਲੈ ਆਇਆ, ਕਦੇ ਸਿਮਟ ਲੈ ਆਇਆ। ਕਹਿੰਦਾ ਉਹਨੇ ਮੈਨੂੰ ਚੱਕਰ ਲਵਾ ਕੇ ਨਾ ਪੂਰੀ ਦਿਹਾੜ ਕਹਿੰਦਾ ਮੇਰੀ ਉਹਨੇ ਯੱਬ ਕੱਢ ਦਿੱਤੀ। ਕਹਿੰਦੇ ਇਸ ਵੇਲੇ ਆਪੂ ਛੁੱਟੀ ਕਰਨ ਲੱਗਾ। ਮੈਨੂੰ ਕਹਿੰਦਾ ਕਿ ਸਾਰੀ ਉੱਤੋਂ ਸਫਾਈ ਕਰ। ਕਹਿੰਦਾ ਮੈਂ ਫਿਰ ਸਾਰੀ ਸਫਾਈ ਕੀਤੀ। ਮੈਨੂੰ ਨਹੀਂ ਸੀ ਲੱਗਦਾ ਕਿ ਮੈਂ ਸੁਬਾਹ ਕੰਮ ਤੇ ਆਵਾਂਗਾ। ਪਰ ਕਹਿੰਦਾ ਫਿਰ ਵੀ ਨਾ ਉਹ ਮਾਲਕ ਨੂੰ, ਜੋ ਹੀ ਮੈਂ ਸੁਬਾਹ ਹੋਈ ਨਾ ਮਾਲਕ ਨੇ ਮੈਨੂੰ ਕਾਲ ਕੀਤੀ ਕਿ ਤੂੰ ਦਫ਼ਤਰ ਆ ਜਾ। ਕਹਿੰਦਾ ਮੈਂ ਜਿਉਂ ਹੀ ਉੱਥੇ ਦਫ਼ਤਰ ਗਿਆ ਤੇ ਉਹ ਮੈਨੂੰ ਕਹਿੰਦਾ ਕਿ ਇਸ ਤਰ੍ਹਾਂ ਜਿਹੜਾ ਤੈਨੂੰ ਮੈਂ ਕੰਮ ਤੇ ਨਹੀਂ ਰੱਖ ਸਕਦਾ, ਉਹ ਜਿਹੜਾ ਬੰਦਾ ਲੱਗਿਆ ਉਹ ਕਹਿੰਦਾ ਤੂੰ ਕੰਮ ਠੀਕ ਨਹੀਂ ਕਰਦਾ। ਕਹਿੰਦਾ ਮੈਂ ਕਿਹਾ ਮੈਂ ਕੰਮ ਠੀਕ ਕਰਨਾ, ਮੈਂ ਜਾਂ ਸਾਰਾ ਦਿਨ ਕੰਮ ਲੱਗਾ। ਉਹਨੇ ਆਖਿਆ ਨਹੀਂ ਬਹਰਹਾਲ ਮੈਨੂੰ ਜ਼ਰੂਰਤ ਨਹੀਂ ਹੈ ਇਸ ਵਾਸਤੇ, ਤੂੰ ਰਹਿਣ ਦੇ। ਕਹਿੰਦਾ ਮੈਂ ਫਿਰ ਉੱਥੋਂ ਚੁੱਪ ਕਰਕੇ ਹੋਰ ਕੀ ਕਰ ਸਕਦਾ ਸਾਂ। ਕਹਿੰਦਾ ਮੈਂ ਘਰ ਆ ਕੇ ਬੜਾ ਪਰੇਸ਼ਾਨ। ਕਹਿੰਦਾ ਆ ਕੇ ਬੈਠਾ ਹੀ ਆ ਤੇ ਇਤਨੀ ਦੇਰ ਨੂੰ ਜਿਹੜਾ ਪੁਰਾਣਾ ਮਿਸਤਰੀ ਹੈ ਨਾ ਉਹਦੀ ਕਾਲ ਆ ਗਈ। ਕਹਿੰਦਾ ਉਹਦੀ ਕਾਲ ਆਈ ਆਉਂਦਿਆਂ ਸਾਥ ਮੈਨੂੰ ਕਹਿੰਦਾ ਕਿ ਤੂੰ ਜਿਹੜਾ ਨਾ ਸੁਬਾਹ ਕੰਮ ਤੇ ਇੱਥੇ ਮੇਰੇ ਨਾਲ ਆਉਣਾ ਜਿੱਥੇ ਤੂੰ ਅੱਗੇ ਆਇਆ ਸੀ। ਕਹਿੰਦਾ ਮੈਂ ਕਿਹਾ ਠੀਕ ਹੈ। ਮੈਂ ਖੁਸ਼ ਹੋ ਗਿਆ। ਫਿਰ ਕਹਿੰਦਾ ਜਿਸ ਵੇਲੇ ਉੱਥੇ ਗਿਆ ਤੇ 6-7 ਵਰਕਰ ਲੱਗੇ ਸੀ ਤੇ ਮੈਂ ਵੀ ਗਿਆ ਤੇ ਕਹਿੰਦਾ ਸਾਰੇ ਤਾੜੀਆਂ ਮਾਰਨ ਲੱਗ ਪਏ ਮੇਰੇ ਵੱਲ ਤੱਕ ਕੇ। ਉਹਨਾਂ ਕਿਹਾ ਆ ਜਾ ਤੂੰ ਸਾਡਾ ਫਰੈਂਡ ਹੈ। ਕਹਿੰਦਾ ਉੱਤੇ ਟੁਰ ਗਏ। ਕਹਿੰਦਾ ਮੈਂ ਕਿਹਾ ਮੈਂ ਕੰਮ ਸਾਰਾ ਕਰਾਂਗਾ, ਕੋਈ ਪਰੇਸ਼ਾਨੀ ਦੀ ਗੱਲ ਨਹੀਂ, ਪਹਿਲਾਂ ਮੈਂ ਕੀਤਾ। ਉਹਨੇ ਕਿਹਾ ਤੂੰ ਛੱਡ ਪਰਾਂ, ਉਹ ਬੰਦਾ ਹੀ ਭੈੜਾ, ਤੂੰ ਸਾਡੇ ਨਾਲ ਇੱਥੇ ਕੰਮ ਕਰ ਆਰਾਮ ਸਕੂਨ ਨਾਲ। ਕਹਿੰਦਾ ਉਹ ਜਿਸ ਵੇਲੇ ਨਾ ਅਕਸਰ ਜਾਂਦੇ ਸੀ ਥੱਲੇ ਜਾ ਕੇ ਡਰਿੰਕ ਲੈ ਕੇ ਆਉਂਦੇ। ਕਹਿੰਦਾ ਮੈਂ ਕਿਹਾ ਮੈਂ ਲੈ ਕੇ ਆਵਾਂ ਕਰਾਂਗਾ। ਕਹਿੰਦਾ ਉਹ ਮੈਨੂੰ ਪੈਸੇ ਦਿੰਦੇ ਸੀ, ਮੈਨੂੰ ਕਹਿੰਦੇ ਸੀ ਆਪਣੇ ਵਾਸਤੇ ਵੀ ਡਰਿੰਕ ਲੈ ਆ। ਕਹਿੰਦਾ ਮੈਂ ਥੱਲੇ ਜਾਣਾ ਜਾ ਕੇ ਮਾਰਕੀਟ 'ਚੋਂ ਉਹਨਾਂ ਵਾਸਤੇ ਡਰਿੰਕ ਵਗੈਰਾ ਲੈ ਕੇ ਉੱਤੇ ਆਉਣਾ। ਕਹਿੰਦਾ ਬੜੇ ਖੁਸ਼ ਹੁੰਦੇ ਸੀ। ਕਹਿੰਦਾ ਮੈਂ ਇੱਟਾਂ ਚਾੜਦਾ ਸਾਂ ਉੱਤੇ। ਕਹਿੰਦਾ ਉਹਨਾਂ ਮੈਨੂੰ ਆਖਿਆ ਕਿ ਤੂੰ ਜਿਹੜਾ ਨਾ ਆਰਾਮ ਨਾਲ ਇੱਟਾਂ ਲਿਆਇਆ ਕਰ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਕਹਿੰਦਾ ਮੈਂ ਦੂਸਰੇ ਦਿਨ ਜਿਸੇ ਸੁਬਾਹ ਆਇਆ ਨਾ ਤੇ ਉਹ ਮਿਸਤਰੀਆਂ ਨੇ ਸਾਰਿਆਂ ਨੇ ਮਜ਼ਦੂਰਾਂ ਨੇ ਰਲ ਕੇ ਨਾ ਕਹਿੰਦਾ ਸਾਰੀਆਂ ਇੱਟਾਂ ਜਿਹੜੀਆਂ ਨੇ ਨਾ ਮੇਰੇ ਜਿਹੜਾ ਕੰਮ ਸੀ ਉਹ ਸਾਰੀਆਂ ਉਹਨਾਂ ਉੱਤੇ ਚਾੜ ਦਿੱਤੀਆਂ ਮੇਰੇ ਜਾਣ ਤੋਂ। ਕਹਿੰਦਾ ਪਹਿਲਾਂ ਹੀ ਕਹਿੰਦਾ ਮੈਂ ਤਾਂ ਕਿ ਪਰੇਸ਼ਾਨ ਹੋ ਗਿਆ ਕਿ ਸਾਰੀਆਂ ਇੱਟਾਂ ਉੱਤੇ ਚੜ ਗਈਆਂ ਨੇ। ਕਹਿੰਦਾ ਮੈਂ ਇਸੇ ਉੱਤੇ ਗਿਆ, ਮੈਨੂੰ ਆਂਦੇ ਨੇ ਕਿ ਤੂੰ ਇੱਥੇ ਸਕੂਨ ਕਰ, ਅਸੀਂ ਤੇਰੀਆਂ ਇੱਟਾਂ ਚਾੜ ਦਿੱਤੀਆਂ ਨੇ। ਕਹਿੰਦਾ ਮੈਂ ਕਿਹਾ ਨਹੀਂ ਮੰਮੀ ਤੇ ਕੰਮ। ਉਹਨਾਂ ਕਿਹਾ ਕੋਈ ਪਰੇਸ਼ਾਨੀ ਦੀ ਗੱਲ ਨਹੀਂ ਹੈ, ਸਾਡੀ ਜ਼ਿੰਮੇਵਾਰੀ ਹੈ, ਤੂੰ ਨਹੀਂ ਪਰੇਸ਼ਾਨ ਹੋਣਾ। ਕਹਿੰਦਾ ਮੈਂ ਉੱਤੇ ਟੁਰ ਗਿਆ। ਕਹਿੰਦਾ ਮੈਂ ਉਹਨੂੰ ਆਖਿਆ ਕਿ ਉਹ ਕੰਧ ਚਾੜਨ ਲੱਗਿਆ। ਕਹਿੰਦਾ ਮੈਂ ਲਿਆ ਮੈਂ ਚਾੜਨਾ ਕੰਧ। ਉਹਨੇ ਆਖਿਆ ਠੀਕ ਹੈ ਤੂੰ ਚਾੜ ਲੈ ਜੇ ਤੇਰਾ ਦਿਲ ਪਿਆ ਕਰਦਾ ਤੇ। ਕਹਿੰਦਾ ਉਹਨੇ ਅਗੂ ਮੈਨੂੰ ਬੰਨ ਕੇ ਨਾ ਸੂਤਰ ਜਿਹਾ ਕਹਿੰਦਾ ਉਹਨੇ ਦਿੱਤਾ। ਉਹਨੇ ਆਖਿਆ ਲੈ ਵੀ ਤੂੰ ਇਸ ਤਰ੍ਹਾਂ ਜਿਹੜਾ ਨਾ ਇੱਟਾਂ ਲਾਈ ਜਾ। ਕਹਿੰਦਾ ਮੈਂ ਬੜੇ ਸ਼ੌਕ ਨਾਲ ਜਿਹੜਾ ਨਾ ਉਹ ਇੱਟਾਂ ਲਾਣੀਆਂ ਸ਼ੁਰੂ ਕਰ ਦਿਆਂ। ਕਹਿੰਦਾ ਜਿਹੜਾ ਮਿਸਤਰੀ ਸੀ ਨਾ ਜਿਹੜਾ ਬੜਾ ਚੰਗਾ ਸੀ, ਕਹਿੰਦਾ ਪਰਾਂ ਸਾਈਡੇ ਹੋ ਕੇ ਬਹਿ ਗਿਆ। ਕਹਿੰਦਾ ਉਹਨੇ ਤੱਕਿਆ ਜਿਸ ਵੇਲੇ ਮੈਂ ਇੱਕ ਦੀਵਾਰ ਤੇ ਲਾਈਆਂ ਨੇ ਇੱਟਾਂ, ਉਹ ਕਹਿੰਦਾ ਬਿਲਕੁਲ ਸਹੀ ਪਿਆ ਲਾਣੇ। ਕਹਿੰਦਾ 2-3 ਵਾਰੀ ਉਹਨੇ ਮੈਨੂੰ ਦੱਸਿਆ। ਕਹਿੰਦਾ ਮੈਨੂੰ ਕਹਿੰਦਾ ਕਿ ਮੈਂ ਥੱਲੇ ਤੁਹਾਡੇ ਵਾਸਤੇ ਡਰਿੰਕ ਲੈ ਆਵਾਂ। ਕਹਿੰਦਾ ਉਹ ਥੱਲੇ ਗਿਆ, ਜਾ ਕੇ ਸਾਡੇ ਵਾਸਤੇ ਡਰਿੰਕ ਵਗੈਰਾ ਲੈ ਕੇ ਆਇਆ। ਫਿਰ ਸਾਰਿਆਂ ਨੂੰ ਕਹਿੰਦਾ ਬੜਾ ਇੰਜੋਏ ਕਰਾਈ ਸੂ। ਕਹਿੰਦਾ ਮੈਨੂੰ ਜਿਸ ਉਹਨੇ ਤੱਕਿਆ ਨਾ ਕਿ ਕੰਮ ਠੀਕ ਕਰਨ ਲੱਗ ਪਿਆ, ਕਹਿੰਦਾ ਉਹ ਆਪੂ ਆਰਾਮ ਨਾਲ ਬਹਿ ਜਾਂਦਾ ਸੀ ਤੇ ਮੈਨੂੰ ਆਂਦਾ ਤੂੰ ਕਰ। ਕਹਿੰਦਾ ਮੈਂ ਅੱਗੇ ਖੁਸ਼ ਸਾਂ ਕਿ ਚਲੋ ਮਿਸਤਰੀਆਂ ਦਾ ਮੈਂ ਕੰਮ ਪਿਆ ਕਰਨਾ। ਕਹਿੰਦਾ ਕਰਦਿਆਂ ਕਰਾਇਆ ਜਿਹੜਾ 5-7 ਦਿਨਾਂ ਨੂੰ ਮੇਰਾ ਚੰਗਾ ਭਲਾ ਹੱਥ ਸਿੱਧਾ ਹੋ ਗਿਆ। ਕਹਿੰਦਾ ਇਸ ਲਈ ਹੱਥ ਮੇਰਾ ਸਿੱਧਾ ਹੋ ਗਿਆ ਨਾ, ਉਹਨੇ ਇੰਜ ਕੀਤਾ ਮੈਨੂੰ ਦੂਜੀ ਜਗ੍ਹਾ ਤੇ ਖੜ ਕੇ ਨਾ ਉਹਨੇ ਨਵੀਂ ਕੰਧ ਤੇ ਉੱਥੇ ਮੈਨੂੰ ਲਾ ਕੇ ਮਾਲਕ ਨੂੰ ਕਾਲ ਕੀਤੀ। ਕਹਿੰਦਾ ਕਿ ਇਸ ਤਰ੍ਹਾਂ ਇਹ ਤੇ ਕੰਮ ਸਿੱਖ ਗਿਆ, ਇਹ ਤੇ ਦੀਵਾਰ ਆਪੂ ਬਣਾ ਲੈਂਦਾ। ਮਾਲਕ ਕਹਿੰਦਾ ਸੁਬਾਹ ਮੈਂ ਆਵਾਂਗਾ ਤੇ ਕੰਮ ਤੱਕਾਂਗਾ। ਕਹਿੰਦਾ ਮੈਂ ਕੰਧ ਅੱਗੇ ਸ਼ੁਰੂ ਕੀਤੀ ਸੀ, ਮਾਲਕ ਆ ਕੇ ਸਿਰ ਤੇ ਖਲੋ ਗਿਆ। ਕਹਿੰਦਾ ਮੈਂ ਤੇਜ਼ ਕੰਮ ਕਰਨਾ ਸ਼ੁਰੂ ਕਰਤਾ ਤੇ ਮੇਰੇ ਹੱਥ ਵਿੱਚ ਬੜੀ ਸਫਾਈ ਸੀ। ਕਹਿੰਦਾ ਇਹ ਕੰਮ ਤੱਕਿਆ ਤੇ ਬੜਾ ਹੀ ਖੁਸ਼ ਹੋਇਆ। ਲੇਕਿਨ ਕਹਿੰਦਾ ਉਸ ਤੋਂ ਬਾਅਦ ਇਹ ਮਸਲਾ ਬਣਿਆ ਕਿ ਅਚਾਨਕ ਜਿਹੜਾ ਨਾ ਕਹਿੰਦਾ ਸਾਡੀ ਅਤੇ ਪਾਕਿਸਤਾਨ ਫੋਤਕੀ ਹੋ ਗਈ। ਕਹਿੰਦਾ ਜਿਸ ਵੇਲੇ ਫੋਤਕੀ ਹੋਈ ਹੈ ਨਾ, ਕਹਿੰਦਾ ਮੈਂ ਘਰ ਹੀ ਸਾਂ ਜਿਸ ਵੇਲੇ ਉਹਨਾਂ ਮੈਨੂੰ ਸੁਨੇਹਾ ਦਿੱਤਾ ਕਿ ਫਲਾਣਾ ਬੰਦਾ ਫੋਤ ਹੋ ਗਿਆ। ਕਹਿੰਦਾ ਮੈਂ ਟੈਨਸ਼ਨ ਲੈ ਗਿਆ, ਘਰ ਰੋਣ ਲੱਗ ਪਿਆ ਕਿ ਕਿਸ ਤਰ੍ਹਾਂ ਹੋ ਸਕਦਾ, ਜਵਾਨ ਜਾਨ ਸੀ। ਬਹਰਹਾਲ ਕਹਿੰਦਾ ਰੋਂਦਾ ਰਿਹਾ ਤੇ ਮੁੜਿਆ ਸਾਰਿਆਂ ਡੇਰੇ ਦੇ ਜਿਹੜਾ। ਉਹਨਾਂ ਆਖਿਆ ਫਿਕਰ ਨਾ ਕਰ, ਚਲੋ ਜੋ ਅੱਲਾ ਨੂੰ ਮਨਜ਼ੂਰ ਸੀ ਨਾ ਤੂੰ ਟੈਨਸ਼ਨ ਲੈ। ਕਹਿੰਦਾ ਮੈਂ ਹੋਰ ਕੀ ਕਰ ਸਕਦਾ ਸਾਂ। ਉਹਨਾਂ ਆਖਿਆ ਚੱਲ ਛੱਡ, ਅੱਜ ਛੁੱਟੀ ਕਰ ਲੈ, ਅੱਜ ਤੂੰ ਕੰਮ ਤੇ ਨਾ ਜਾ। ਕਹਿੰਦਾ ਫਿਰ ਮੈਂ ਆਖਿਆ ਨਹੀਂ ਮੈਂ ਕੰਮ ਤੇ ਜਾਣਾ, ਇਹ ਨਾ ਹੋਵੇ ਕੋਈ ਮਸਲਾ ਬਣ ਜੇ, ਬੜੀ ਮੁਸ਼ਕਿਲ ਨਾਲ ਮੇਰਾ ਕੰਮ ਸਿੱਧਾ ਹੋਇਆ। ਉਹਦੇ ਨਾ ਕੋਈ ਨਹੀਂ ਮਸਲਾ, ਤੂੰ ਜਿਹੜਾ ਛੁੱਟੀ ਕਰ ਲੈ ਇੱਕ। ਕਹਿੰਦਾ ਮੈਂ ਜਿਹੜਾ ਛੁੱਟੀ ਕਰ ਲਈ। ਕਹਿੰਦਾ ਮੈਂ ਘਰ ਬਹਿ ਗਿਆ, ਚਲੋ ਕੋਈ ਮੁੜੇ 1-2 ਆਏ ਮੇਰੇ ਕੋਲ ਬੈਠੇ, ਚਲੋ ਅਫਸੋਸ ਕੀਤਾ। ਕਹਿੰਦਾ ਉਹ ਸ਼ਾਮੀ ਵੀ ਅਫਸੋਸ ਕਰ ਸਕਦੇ ਸੀ, ਲੇਕਿਨ ਕਹਿੰਦਾ ਮੈਂ ਛੁੱਟੀ ਕਰ ਲਈ। ਕਹਿੰਦਾ ਮੈਂ ਜਿਸ ਵੇਲੇ ਛੁੱਟੀ ਕੀਤੀ ਹੈ ਤੇ ਮੈਂ ਕਹਿੰਦਾ ਘਰ ਬਹਿ ਕੇ ਮੇਰੇ ਦਿਮਾਗ 'ਚ ਇਹੀ ਆਵੇ ਕਿ ਮੈਂ ਕੰਮ ਤੇ ਨਹੀਂ ਗਿਆ। ਚਲੋ ਪਰੇਸ਼ਾਨੀ ਤੇ ਇਹੀ ਹੈ, ਪਤਾ ਸੀ ਮੈਨੂੰ ਕਿ ਕਿਤਨਾ ਅਰਸਾ ਪਹਿਲਾਂ ਮੈਨੂੰ ਕੰਮ ਨਹੀਂ ਸੀ ਲੱਭਾ। ਬਹਰਹਾਲ ਕਹਿੰਦਾ ਇਹ ਮੈਂ ਤਕਰੀਬਨ 4-5 ਘੰਟੇ ਗੁਜ਼ਰੇ ਨੇ
ਤੇ ਮਾਲਕ ਨੇ ਮੈਨੂੰ ਕਾਲ ਕੀਤੀ ਕਿ ਇਸ ਤਰ੍ਹਾਂ ਤੂੰ ਕੰਮ ਤੇ ਨਹੀਂ ਆਇਆ। ਕਹਿੰਦਾ ਮੈਂ ਕਿਹਾ ਇਸ ਤਰ੍ਹਾਂ ਮੇਰੇ ਜਿਹੜਾ ਨਾ ਪਰੇਸ਼ਾਨੀ ਬਣ ਗਈ ਸੀ ਇਸ ਵਜ੍ਹਾ ਤੋਂ। ਉਹਨੇ ਕਿਹਾ ਅੱਛਾ ਠੀਕ ਹੈ ਸਵੇਰ ਟੁਰ ਜਾਏਗਾ। ਕਹਿੰਦਾ ਮੈਂ ਕਿਹਾ ਠੀਕ ਹੈ ਮੈਂ ਸਵੇਰ ਜਿਹੜਾ ਕੰਮ ਤੇ ਟੁਰ ਜਾਵਾਂਗਾ। ਕਹਿੰਦਾ ਅੱਗੂ ਜਿਹੜਾ ਮੈਂ ਦਿਹਾੜ ਉਹ ਕੱਢੀ ਰਾਮ ਸਕੂਨਾ ਘਰ ਹੀ। ਮੈਨੂੰ ਇਹ ਚਲੋ ਬੇਫਿਕਰ ਹੋ ਗਿਆ ਸਾਂ ਕਿ ਮਾਲਕ ਨੇ ਕਾਲ ਕਰ ਲਈ, ਅੱਗੂ ਟੈਨਸ਼ਨ ਨਹੀਂ ਹੋਣ ਲਈ। ਕਹਿੰਦਾ ਅੱਗੂ ਜਿਹੜੇ ਮੁੰਡੇ ਨਾ ਰਹਿੰਦੇ ਉਹਨੇ ਆਖਿਆ ਯਾਰ ਫਲਾਣੇ ਬੰਦੇ ਸਵੇਰ ਆ ਰਹੇ ਨੇ ਤੇਰੇ ਕੋਲ ਸਿਰਫ ਅਫਸੋਸ ਕਰਨ ਵਾਸਤੇ, ਤੂੰ 2-3 ਘੰਟੇ ਜਿਹੜਾ ਨਾ ਸਿਰਫ ਤੂੰ ਘਰ ਰਹਿਣਾ, ਉਸ ਤੋਂ ਬਾਅਦ ਤੂੰ ਕੰਮ ਤੇ ਟੁਰੀ। ਨਾ ਕਿਹਾ ਨਹੀਂ ਯਾਰ ਮੈਂ ਮਾਲਕ ਦਾ ਫੋਨ ਆਇਆ ਸੀ ਮੈਂ ਜਾਣਾ। ਉਹਨਾਂ ਕਿਹਾ ਛੱਡ ਯਾਰ ਮਾਲਕ ਨੇ ਤੈਨੂੰ ਕੀ ਕਹਿ ਲੈਣਾ 1-2 ਦਿਨ ਨਾਲ, ਸਵੇਰ ਝਾੜ ਸਾਰਾ ਰਵੀ ਤੇ ਫਿਰ ਕੰਮ ਤੇ ਟੁਰ ਜੀ। ਕਹਿੰਦਾ ਫਿਰ ਉਹਨਾਂ ਮੈਨੂੰ ਗੱਲਾਂ ਲਾ ਲਿਆ। ਕਹਿੰਦਾ ਸਵੇਰ ਜਿਸਲੇ ਮੈਂ ਉੱਠਿਆ ਮੈਂ ਬੜੀ ਟੈਨਸ਼ਨ ਸਾਂ ਕਿ ਮੈਂ ਕੰਮ ਤੇ ਜਾਣਾ। ਬਹਰਹਾਲ ਕਹਿੰਦਾ ਮੈਂ ਘਰ ਹੀ ਬੈਠਾ ਰਿਹਾ। ਜਿਸਲੇ 11 ਦਾ ਟਾਈਮ ਹੋਇਆ ਨਾ ਤੇ ਕਹਿੰਦਾ ਉਹ ਬੰਦੇ ਉੱਠ ਕੇ ਗਏ ਅਫਸੋਸ ਕਰਕੇ। ਕਹਿੰਦਾ ਮੈਂ ਕਿਹਾ ਮੈਂ ਤੇ ਕੰਮ ਤੇ ਜਾ। ਕਹਿੰਦਾ ਜਿਸਲੇ ਮੈਂ ਉੱਥੇ ਕੰਮ ਤੇ ਪਹੁੰਚਿਆ ਉਹ ਮਿਸਤਰੀ ਤੇ ਕੋਈ ਨਹੀਂ ਸੀ ਹੈ, ਲੇਕਿਨ ਦੂਸਰਾ ਬੰਦਾ ਸੀ। ਉਹਨੇ ਆਖਿਆ ਮਾਲਕ ਨੇ ਆਖਿਆ ਸੀ ਕਿ ਤੂੰ ਹੁਣ ਦੁਬਾਰਾ ਜਿਹੜਾ ਇੱਥੇ ਕੰਮ ਤੇ ਨਹੀਂ ਆਉਣਾ। ਕਹਿੰਦਾ ਮੈਂ ਫਿਰ ਦਫ਼ਤਰ ਗਿਆ, ਉਹਦੇ ਨਾਲ ਜਾ ਕੇ ਗੱਲ ਕੀਤੀ ਕਿ ਇਸ ਤਰ੍ਹਾਂ ਮੇਰੇ ਕੋਲ ਗਲਤੀ ਹੋ ਗਈ ਹੈ ਤੇ ਇਸ ਤਰ੍ਹਾਂ ਮੇਰਾ ਜਿਹੜਾ ਮਸਲਾ ਬਣ ਗਿਆ। ਉਹਨੇ ਆਖਿਆ ਮੈਨੂੰ ਕੋਈ ਇਸ ਚੀਜ਼ ਨਾਲ ਨਾ ਲੱਗੇ, ਤੂੰ ਕੰਮ ਤੇ ਨਹੀਂ ਆਇਆ, ਮੇਰਾ ਕੰਮ ਰੁਕਿਆ, ਇਸ ਵਾਸਤੇ ਤੂੰ ਕਿਧਰੇ ਹੋਰ ਕੰਮ ਢੂੰਡ ਲੈ। ਕਹਿੰਦਾ ਉਹਨੇ ਮੈਨੂੰ ਛੁੱਟੀ ਕਰਾ ਦਿੱਤੀ। ਕਹਿੰਦਾ ਮੇਰੇ ਵਾਸਤੇ ਬੜੀ ਟੈਨਸ਼ਨ ਬਣ ਗਈ। ਕਹਿੰਦਾ ਮੈਂ ਘਰ ਬਹਿ ਗਿਆ। ਕਹਿੰਦਾ ਮੈਂ ਅੱਗੋਂ ਸੋਚਾਂ ਕਿ ਹੁਣ ਕਰਨਾ ਕੀ ਹੈ। ਕਹਿੰਦਾ ਅਫਸੋਸ ਤੇ ਵੱਖਰੀ ਗੱਲ ਹੈ, ਕਹਿੰਦਾ ਘਰ ਵਿਹਲਾ ਬਹਿ ਗਿਆ ਉਹ ਵੱਖਰੀ ਟੈਨਸ਼ਨ ਹੋ ਗਈ। ਕਹਿੰਦਾ ਹਫ਼ਤਾ ਸਾਰਾ ਇਸ ਤਰ੍ਹਾਂ ਗੁਜ਼ਰਿਆ। ਕਹਿੰਦਾ ਮੈਂ ਨਾ ਉਸੇ ਮਿਸਤਰੀ ਕੋਲ ਜਾਣਾ, ਉਹਦੇ ਨਾਲ ਜਾ ਕੇ ਗੱਲ ਕਰਨਾ। ਕਹਿੰਦਾ ਫਿਰ ਮੈਂ ਉੱਥੇ ਢੂੰਡਦਾ ਗਿਆ, ਉੱਥੇ ਮਿਸਤਰੀ ਉਹ ਕੋਈ ਨਹੀਂ ਸੀ। ਉਹਨਾਂ ਕਿਹਾ ਦੂਜੀ ਜਗ੍ਹਾ ਤੇ ਕੰਮ ਤੇ ਟੁਰ ਗਏ ਹੈ। ਕਹਿੰਦਾ ਮੈਂ ਫਿਰ ਦੂਜੀ ਜਗ੍ਹਾ ਜਾ ਕੇ ਉੱਥੇ ਉਹਦੇ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਮੈਨੂੰ ਮਾਲਕ ਨੇ ਛੁੱਟੀ ਕਰਾ ਦੇ। ਕਹਿੰਦਾ ਉਹਨੇ ਕਾਲ ਕੀਤੀ ਤੇ ਮਾਲਕ ਨੇ ਆਖਿਆ ਨਹੀਂ ਮੈਨੂੰ ਨਹੀਂ ਹੁਣ ਕੰਮ ਤੇ ਰੱਖਣਾ, ਇਹਦੀ ਮਜ਼ੀਦ ਜਿਹੜਾ ਤੂੰ ਸਾਈਡ ਨਾ ਲਵੀਂ। ਕਹਿੰਦਾ ਮੈਨੂੰ ਕਹਿੰਦਾ ਕਿ ਨਹੀਂ ਮਾਲਕ ਕਹਿੰਦਾ ਹੁਣ ਨਹੀਂ ਤੈਨੂੰ ਰੱਖਣਾ ਯਾਰ, ਮੈਂ ਕੁਝ ਵੀ ਨਹੀਂ ਕਰ ਸਕਦਾ। ਕਹਿੰਦਾ ਮੈਂ ਕਿਹਾ ਤੂੰ ਕਿਧਰੇ ਹੋਰ ਹੀ ਮੈਨੂੰ ਕੰਮ ਲਵਾ ਦੇ ਜੇ ਅਗਰ ਤੇਰਾ ਕੋਈ ਹੱਥ ਪੈਂਦਾ ਤੇ। ਕਹਿੰਦਾ ਮੈਂ ਬੜਾ ਖੁਸ਼ ਹਾਂ ਉਸ ਕੰਮ ਤੇ, ਬੰਦੇ ਸਾਰੇ ਮੇਰੇ ਨਾਲ ਸੈੱਟ ਹੋ ਗਏ ਸੀ। ਉਹਨੇ ਆਖਿਆ ਤੂੰ ਫਿਕਰ ਨਾ ਕਰ ਮੈਂ ਤੈਨੂੰ ਕਿਧਰੇ ਹੋਰ ਲਵਾ ਦੇਣਾ। ਕਹਿੰਦਾ ਉਹਨੇ ਕਾਲ ਕੀਤੀ, ਉਹਨੇ ਇੱਕ ਹੋਰ ਜਗ੍ਹਾ ਤੇ ਪਹਿਲਾਂ ਕੰਮ ਕੀਤੀ। ਉਹਨੇ ਦੱਸਿਆ ਕਿ ਇਸ ਤਰ੍ਹਾਂ ਇਹ ਕੰਮ ਕਰ ਲੈਂਦਾ। ਕਹਿੰਦਾ ਉਹਨੇ ਆਖਿਆ ਠੀਕ ਹੈ ਮੇਰੇ ਕੋਲ ਟੋਰੀ। ਕਹਿੰਦਾ ਮੈਂ ਫਿਰ ਉਹਦੇ ਕੋਲ ਗਿਆ। ਕਹਿੰਦਾ ਉਹਨੇ ਜਿਹੜਾ ਮੇਰਾ ਕੰਮ ਤੱਕਿਆ, ਉਹਨੇ ਆਖਿਆ ਠੀਕ ਹੈ ਤੂੰ ਕੰਮ ਸਹੀ ਕਰਨੇ। ਕਹਿੰਦਾ ਮੇਰਾ ਫਿਰ ਉਹਦੇ ਨਾਲ ਸੈੱਟ ਹੋ ਗਿਆ। ਕਹਿੰਦਾ ਉਸ ਤੋਂ ਬਾਅਦ ਜਿਹੜਾ ਮੈਂ ਕਾਫੀ ਦੇਰ ਕੰਮ ਕੀਤਾ, ਕਹਿੰਦਾ 4-5 ਸਾਲ ਜਿਹੜਾ ਮੈਂ ਉਹਦੇ ਕੋਲ ਹੀ ਕੰਮ ਕੀਤਾ ਮਿਸਤਰੀਆਂ ਦਾ। ਕਹਿੰਦਾ ਆਸਤਾ ਆਸਤਾ ਫਿਰ ਮੈਂ ਆਪਣੀ ਸੈਟਿੰਗ ਕੀਤੀ ਹੈ। ਲੇਕਿਨ ਕਹਿੰਦਾ ਮੈਂ ਇੱਕ ਗੱਲ ਸਹੀ ਹੈ ਕਿ ਇਹ ਲੋਕ ਜਿਹੜੇ ਨੇ ਨਾ ਇਹਨਾਂ ਨੂੰ ਕੋਈ ਤੁਹਾਡੀ ਗੱਲ ਨਾਲ ਨਾ ਲੱਗੇ ਕਿ ਤੁਹਾਨੂੰ ਕਿੱਡੀ ਵੱਡੀ ਪਰੇਸ਼ਾਨੀ ਹੈ। ਇਹ ਤੇ ਕਹਿੰਦੇ ਨੇ ਸਾਨੂੰ ਕੰਮ ਚਾਹੀਦਾ, ਸਾਨੂੰ ਤੁਹਾਡੀ ਟੈਨਸ਼ਨ ਨਾਲ ਕੋਈ ਨਾ ਲੱਗੇ। ਟੈਨਸ਼ਨਾਂ ਤੁਸੀਂ ਆਪਣੀਆਂ ਸਾਈਡ ਤੇ ਰੱਖੋ, ਸਾਡੇ ਕੰਮ ਤੇ ਟਾਈਮ ਦੇ ਟਾਈਮ ਆਵੋ। ਇਹ ਜਿਹੜਾ ਨਾ ਬਹੁਤ ਜ਼ਿਆਦਾ ਇਸ ਚੀਜ਼ ਨੂੰ ਜਿਹੜਾ ਨਾ ਇਹ ਪਾਬੰਦ ਨੇ, ਨਾਲੇ ਇਸ ਚੀਜ਼ ਦਾ ਜਿਹੜਾ ਨਾ ਬਹੁਤ ਫਿਕਰ ਕਰਦੇ ਨੇ। ਇਸ ਵਾਸਤੇ ਆਪਣੀ ਟੈਨਸ਼ਨ ਸਾਈਡ ਤੇ ਰੱਖਿਆ ਕਰੋ। ਬਾਕੀ ਇਹ ਹੈ ਕਿ ਅਗਰ ਉਹ ਤੁਹਾਨੂੰ ਕਹਿਣ ਇਜਾਜ਼ਤ ਦੇਣ ਕਿ ਛੁੱਟੀ ਕਰ ਲਓ ਫਿਰ ਵੱਖਰੀ ਗੱਲ ਹੈ, ਉਂਝ ਛੁੱਟੀ ਨਹੀਂ ਕਰਨੀ ਚਾਹੀਦੀ। ਬਾਕੀ ਅਗਰ ਇਹ ਕਿ ਮੇਰੀ ਵੀਡੀਓ ਅੱਛੀ ਲੱਗੇ ਤਾਂ ਮੈਂ ਤੁਹਾਨੂੰ ਹਮੇਸ਼ਾ ਕਹਿਣਾ ਕੋਸ਼ਿਸ਼ ਕਰਿਆ ਕਰੋ ਲਾਈਕ ਕਰ ਦਿਆ ਕਰੋ, ਲਾਈਕ ਨਾ ਹੋਵੇ ਤੇ ਕਮੈਂਟਸ ਕਰ ਦਿਆ ਕਰੋ, ਕਮੈਂਟਸ ਨਾ ਹੋਵੇ ਤੇ ਸਬਸਕ੍ਰਾਈਬ ਕਰ ਦਿਆ ਕਰੋ। ਬਾਕੀ ਅੱਗੂ ਤੁਹਾਡੀ ਮਰਜ਼ੀ ਹੁੰਦੀ ਹੈ, ਲੇਕਿਨ ਆਪਣੀ ਸਿਹਤ ਦਾ ਲਾਜ਼ਮੀ ਖਿਆਲ ਰੱਖਿਆ ਕਰੋ।